धर्म न जाना, सार ना जाना तेरी। सब ते वड्डा सतगुर नानक, जिन कल राखी मेरी। बाणी गुरु गुरु है बाणी, विच बाणी अमृत सारे। गुरबाणी कह सेवक जन मानै, पर तख गुरु निस्तारे। निमाणिया नु माण, बेसमझा नु समझ, सूझ बूझ, अंधकार डार्कनेस मन दे हनेरे नूं दूर कर। निरंकार परवतगार परमेश्वर नाल मिलाउण वाले, सांझे राहबर मनुखता दा भला करन वाले। धन धन साहिब श्री गुरु ग्रंथ साहिब महाराज, तिन्हां दे पावन हजूरी अंदर जिथे असीं सारे ही तन करके आए हाँ। गुरु अगे जोदड़ी करिए, पातशाह किरपा करो मन का टिका बन जाए। जिथे तन है लियाइए मन, बनाइए रसना नू सफला। कोई भी साध संगत रसना वांझी ना रह जावे। सारे ही रसना नू करो पवित्र, आखो जी सतनाम श्री वाहेगुरु। सतनाम श्री वाहेगुरु साहिब जी। अज दा जो पावन बाप साहिब श्री गुरु नानक साहब महाराज जी दे मुख तो उचारण होया। आपां सारे ही गुरु के कीर्तनिया पासों कीर्तन रूप विच सरवण कर रहे सन। अस्थाई बनाई सी संसार रोगी, नाम दारू मैल लागै सच बिना। संसार तो भाव करांगे सारी लोकाई जगत। रोग सारियां नूं ही लगा होया है। जिहड़ा हुण दुखांत वापरिया ये सारियां नूं रोग सता रिहा है। पर थोड़ा जिहा होर बरीकी विच वेखीए, रोग मनुख नूं किन्ने प्रकार दे लगे होए, किन्ने तरह दा मनुख रोगी है। मेरे साहिब जी बख्शिश करते ने, दुख विछोड़ा एक मनुख नूं रोग, एक दुख विछोड़े दा। दुख विछोड़ा, एक दुख भूख, एक दुख सख्त वार जमदूत, एक दुख रोग लगै तन धाए। वैद ना भोलै दारू लाए। हुण दुख किहड़ा है? दुख विछोड़े दा। जे संसारक परिवारां दा विछोड़ा है तां भी मनुख दुखी है, ते जिहड़ा रब नालों विछड़िया पिया है वो ते सदा ही दुखी है ना। जिहड़ा संसार दा विछोड़ा, परिवार दा विछोड़ा कुछ समय तक होंदा है। हाँ, मिलाप हो जाए ते वो सुख विच तब्दील हो गया, दुख सुख विच बदल गया। मिलाप होया। कई बारी आपां जदों एयरपोर्ट तो वेखने आ, कई बहुत हस रहे होंदे ने, गुलदस्ते लैके खलोते होंदे ने, ते कईयां दियां अखां दे विच पानी होंदा है, विछोड़ा पै रिहा। इसे तरह जिन्हां दा मिलाप गुरु नाल हो गया, उन्हां दे अंदर सदा विकास रहिंदा है, उन्हां दे अंदर सदा खिड़ाव बनिया रहिंदा है। सुनदे आ, पढ़दे आ, नानक भगतां सदा विकास। सुनिया दुख पाप का नाश। विछोड़ा जिहड़ा है दुख है, मिलाप जिहड़ा है सुख है।
ਧਿਆਨ ਦਿਆ ਜੀ, ਇਸੇ ਪੰਕਤੀ ਨੂੰ ਮੈਂ ਲੈ ਕੇ ਅਗਾਂਹ ਅੱਗੇ ਚੱਲਾਂਗਾ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਭੁੱਖ ਕਿਹੜੀ ਹੈ? ਜਿਹੜੀ ਸਾਡੇ ਉਦਰ ਦੇ ਵਿੱਚ ਪ੍ਰਸ਼ਾਦੇ ਦੀ ਭੁੱਖ ਦੀ ਗੱਲ ਨਹੀਂ ਹੈ। ਇੱਥੇ ਭੁੱਖ ਜਿਹਨੂੰ ਅਸੀਂ ਤ੍ਰਿਸ਼ਨਾ ਕਹਿੰਦੇ ਆ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੈ ਪਰੈ ਕੋ ਲੂਜੀ ਹੈ। ਲੱਖਾਂ ਮਨੁੱਖ ਕਰੋੜਾਂ ਦੇ ਨਾਲ ਜਦੋਂ ਇਕੱਤਰ ਕਰਦਾ ਹੈ ਧਨ, ਪਰ ਕਦੀ ਕਹਿੰਦਾ ਹੈ ਕਿ ਹੁਣ ਮੈਨੂੰ ਲੋੜ ਨਹੀਂ ਹੈ, ਹੁਣ ਮੈਂ ਰੱਜ ਗਿਆ। ਅੱਗ ਨੇ ਕਦੀ ਆਖਿਆ ਹੈ ਕਿ ਹੁਣ ਮੈਨੂੰ ਈਂਧਨ ਦੀ ਲੋੜ ਨਹੀਂ ਹੈ, ਹੁਣ ਮੈਂ ਰੱਜ ਗਈ ਹਾਂ? ਨਹੀਂ। ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਇਹ ਮਨੁੱਖ ਨੂੰ ਅੱਗ ਦੇ ਨਿਆਈ ਹੈ। ਜਿਵੇਂ ਅੱਗ ਮਨੁੱਖ ਨੂੰ, ਜਿਵੇਂ ਕਿਸੇ ਵਸਤੂ ਨੂੰ ਅੱਗ ਸਾੜਦੀ ਹੈ, ਇਸੇ ਤਰ੍ਹਾਂ ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਮਨੁੱਖ ਨੂੰ ਹਰ ਸਮੇਂ ਥੋੜਾ ਥੋੜਾ ਕਰਕੇ ਸਾੜਦੀ ਰਹਿੰਦੀ ਹੈ, ਤੇ ਮਨੁੱਖ ਥੋੜਾ ਥੋੜਾ ਕਰਕੇ ਹਮੇਸ਼ਾ ਸੜਦਾ ਰਹਿੰਦਾ ਹੈ। ਤ੍ਰਿਸ਼ਨਾ ਦੀ ਭੁੱਖ ਪੜ੍ਹਦੇ ਅਸੀਂ ਜਪਜੀ ਸਾਹਿਬ ਵਿੱਚ, ਹਾਂ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭਾਰ ਤੋਂ ਭਾਵ ਹੈ ਪੰਡਾਂ, ਪੁਰੀਆਂ ਤੋਂ ਭਾਵ ਹੈ ਸਾਰੀ ਲੁਕਾਈ। ਸਾਰੀ ਲੁਕਾਈ ਦੇ ਮਨੁੱਖ ਨੂੰ ਸੁੱਖ ਮਿਲ ਜਾਣ, ਪਦਾਰਥ ਮਿਲ ਜਾਣ, ਤੇ ਕਦੇ ਵੀ ਨਹੀਂ ਕਹਿੰਦਾ ਅਜੇ ਵੀ ਬਸ ਨਹੀਂ, ਰਾਜੀ ਨਹੀਂ। ਪ੍ਰਸ਼ਾਦਾ ਅਸੀਂ ਉਦਰ ਦੇ ਵਿੱਚ ਪਾਉਨੇ ਆ, ਤੇ ਇੱਕ ਖਾ ਲਈਏ, ਦੋ ਖਾ ਲਈਏ, ਤਰੇ ਖਾ ਲਈਏ, ਫਿਰ ਹੱਥ ਖੜੇ ਕਰਦੇ ਨੇ ਵੀ ਹੁਣ ਥਾਂ ਨਹੀਂ ਰਹਿ ਗਈ। ਪਰ ਮਨੁੱਖ ਕਦੀ ਇਸ ਪਾਸਿਓਂ ਨਹੀਂ ਕਹਿੰਦਾ ਵੀ ਹੁਣ ਮੇਰੇ ਕੋਲ ਥਾਂ ਨਹੀਂ ਰਹਿ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਸਾਰੇ ਹੀ ਮਨੁੱਖ ਨੂੰ ਇਹ ਦੁੱਖ ਲੱਗੇ ਹੋਏ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ। ਮੌਤ ਦਾ ਦੁੱਖ ਸਾਰਿਆਂ ਨੇ ਅੰਦਰ ਸਾਡੇ ਸਾਇਮ ਹੈ ਵੀ ਆਹ ਰੋਗ ਜਿਹੜਾ ਕਰੋਨਾ ਆਇਆ, ਹੱਥ ਨਾ ਲਾਇਆ ਜੇ, ਇੱਕ ਦੂਸਰੇ ਨੂੰ ਮਿਲਿਆ ਜੇ ਨਾ, ਇੱਕ ਦੂਸਰੇ ਨੂੰ ਟੱਚ ਨਾ ਕਰਿਆ ਜੇ, ਦੂਰੀਆਂ ਬਣਾ ਕੇ ਰੱਖਿਆ ਜੇ, ਰੋਗ ਲੱਗ ਜਾਏਗਾ। ਆਪਣੇ ਵੀ ਪਰਾਏ ਬਣ ਗਏ ਨੇ, ਹੁਣ ਕੋਈ ਨੇੜੇ ਆ ਕੇ ਰਾਜੀ ਨਹੀਂ ਹੈ, ਨਾ ਘਰ ਬੁਲਾ ਕੇ ਤੇ ਨਾ ਕੋਈ ਕਿਸੇ ਦੇ ਘਰ ਜਾ ਕੇ। ਦੂਰੀਆਂ ਬਣਾ ਲਓ, ਕਿਉਂਕਿ ਰੋਗ ਦਾ ਦੁੱਖ ਹੈ। ਮਨੁੱਖ ਨੂੰ ਮੌਤ ਤੋਂ ਡਰ ਲੱਗਦਾ ਹੈ, ਮੌਤ ਨਾ ਆ ਜਾਏ, ਮੌਤ ਨਾ ਆ ਜਾਏ। ਮੌਤ ਤੋਂ ਡਰਦਿਆਂ ਹੋਇਆਂ ਮਨੁੱਖ ਬੜੀਆਂ ਦੂਰੀਆਂ ਬਣਾ ਬੈਠੇ ਆਪਣੇ ਪਰਿਵਾਰਾਂ ਤੋਂ, ਸੰਸਾਰ ਤੋਂ। ਮੌਤ ਡਰਾਉਂਦੀ ਹੈ, ਮੌਤ ਕਰਕੇ ਮਨੁੱਖ ਘਬਰਾਉਂਦਾ ਹੈ, ਸਹਿਮਿਆ ਰਹਿੰਦਾ ਹੈ। ਧਿਆਨ ਦਿਆ ਜੀ, ਇਸੇ ਪੰਕਤੀ ਦੇ ਮੈਂ ਜੇ ਵਿਸਥਾਰ ਕਰ ਰਿਹਾ ਕਿ ਇੱਕ ਵਿਛੋੜੇ ਦਾ, ਫਿਰ ਭੁੱਖ ਤ੍ਰਿਸ਼ਨਾ ਦਾ, ਫਿਰ ਮੌਤ ਦਾ ਦੁੱਖ, ਤੇ ਫਿਰ ਚੌਥਾ ਕਹਿ ਦਿਓ ਤਨ ਦਾ ਦੁੱਖ, ਰੋਗ ਜਿਹਨੂੰ ਆਪਾਂ ਕਹਿੰਦੇ ਆ ਨਾ, ਰੋਗ ਲੱਗ ਗਿਆ। ਤੇ ਜਿਹਨੂੰ ਰੋਗ ਲੱਗਾ ਹੋਇਆ ਉਹ ਦਿਨੇ ਵੀ ਵਿਲਕਦਾ, ਰਾਤ ਵੀ ਵਿਲਕਦਾ, ਸਵੇਰੇ ਵੀ ਵਿਲਕਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਾ ਤਨ, ਸਰੀਰ ਨੂੰ ਰੋਗ ਲੱਗ ਗਿਆ। ਤਾਏ ਦੌੜ ਕੇ ਆਇਆ, ਕਹਿੰਦੇ ਨੇ ਫਲਾਣੀ ਥਾਂ ਤੋਂ ਆਏਗਾ। ਰੋਗ ਤੇ ਪਹਿਲਾਂ ਵੀ ਸੀ। ਅੱਜ ਆ ਜਿਹੜੇ ਰੋਗ ਨੇ ਨਾ, ਮਨੁੱਖ ਨੇ ਆਪਣੇ ਆਪ ਵਧਾਏ ਨੇ, ਆਪਣੇ ਸਾਇੰਸ ਨਾਲ, ਆਪਣੇ ਦਿਮਾਗ ਨਾਲ। ਪਹਿਲਾਂ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ, ਚੁੱਲ੍ਹੇ ਪਿੱਛੇ ਪਰਦੇਸ ਗਿਆ, ਤੇ ਹੁਣ ਪਤਾ ਨਹੀਂ ਹੈ ਕਿੰਨੇ ਦਿਨਾਂ ਬਾਅਦ ਆਉਣਾ ਹੈ। ਘਰ ਤੋਂ ਥੋੜਾ ਜਿਹਾ ਬਾਹਰ ਨਿਕਲਿਆ, ਚੁੱਲ੍ਹੇ ਪਿੱਛੇ ਪਰਦੇਸ, ਕੋਈ ਮੈਸੇਜ ਨਹੀਂ ਹੈ। ਅੱਜ ਅਸੀਂ ਇੱਥੇ ਬੈਠੇ ਹਾਂ, ਵੀਡੀਓ ਕਾਲ ਘਰਾਂ ਵਿੱਚ ਕਰ ਰਹੇ ਹਾਂ, ਇੱਕ ਦੂਸਰੇ ਨਾਲ ਫੇਸ ਟੂ ਫੇਸ ਵੇਖ ਰਹੇ ਹਾਂ। ਇੰਨੀ ਨੇੜਤਾ ਬਣੀ ਪਈ ਹੈ, ਇੰਨੀ। ਪਲੇਨ ਆਉਂਦੀ ਹੈ ਤੇ ਪਲੇਨ ਦੇ ਨਾਲ ਅਸੀਂ ਇੱਕ ਥਾਂ ਤੋਂ ਦੂਸਰੇ ਥਾਂ ਤੇ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਇੱਕ ਥਾਂ ਤੋਂ ਦੂਸਰੇ ਥਾਂ ਤੇ ਪਹੁੰਚ ਜਾਂਦੇ ਹਾਂ, ਪਹਿਲਾਂ ਵੀ ਰੋਗ, ਇਹ ਜਿਹੜੀ ਪਲੇਗ, ਇਹ ਜਿਹੜੀ ਮਹਾਮਾਰੀ ਹੈ ਨਾ, ਇਵੇਂ ਦੀਆਂ ਪਹਿਲਾਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਮੇਂ ਵੀ ਦਿੱਲੀ ਵਿੱਚ ਵੀ ਇਹ ਮਹਾਮਾਰੀ ਫੈਲੀ ਸੀ, ਜਦੋਂ ਜਿਹਨੂੰ ਚੀਚਕ ਦਾ ਰੋਗ ਕਿਹਾ। ਉਦੋਂ ਵੀ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਮਿਤ, ਜਦੋਂ ਚਰਨਾਂ ਦੀ ਚਰਨਾਮਤ ਦਿੱਤੀ ਤੇ ਉਹਨਾਂ ਦੇ ਰੋਗੀਆਂ ਦੇ ਰੋਗ ਦੂਰ ਕੀਤੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਆਪਾਂ ਸਾਰੇ ਵਰਲਡ ਵਿੱਚ ਮਨਾਏ ਜਾ ਰਹੇ ਹਾਂ। ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਉਦੋਂ ਵੀ ਸੋਕਾ ਪਿਆ ਸੀ, ਉਦੋਂ ਵੀ ਰੋਗ ਪੈਦਾ ਹੋਇਆ ਸੀ, ਉਦੋਂ ਵੀ ਮਹਾਮਾਰੀ ਫੈਲੀ ਸੀ। ਤੇ ਗੁਰੂ ਸਾਹਿਬ ਜੀ ਨੇ ਘਰਾਂ ਘਰਾਂ ਦਰ-ਦਰਾਂ ਤੇ ਜਾ ਕੇ ਲੰਗਰ ਲਾ ਦਿੱਤੇ। ਭੁੱਖਾ ਨਾ ਕੋਈ ਰਹਿ ਜਾਵੇ, ਕੋਈ ਭੁੱਖ ਨਾਲ ਨਾ ਕੋਈ ਮਰ ਜਾਵੇ,
ਉਦੋਂ ਵੀ ਸੋਕਾ ਪਿਆ ਸੀ ਤੇ ਉਦੋਂ ਵੀ ਮਹਾਮਾਰੀ ਫੈਲੀ। ਇਹ ਫੈਲਦੀ ਹੈ, ਪਰ ਗੱਲ ਕੀ ਹੈ, ਪੂਰੇ ਵਰਲਡ ਵਿੱਚ ਨਹੀਂ ਸੀ ਫੈਲੀ। ਵਰਲਡ ਵਿੱਚ ਨਾ ਫੈਲਣ ਦਾ ਕਾਰਨ ਕੀ ਸੀ ਕਿ ਲੋਕਾਂ ਦੇ ਕੋਲ ਆਉਣ ਜਾਣ ਦੇ ਇੰਨੇ ਸਾਧਨ ਨਹੀਂ ਸਨ। ਹੁਣ ਜਿਹੜਾ ਹੈ ਰੋਗ ਮਨੁੱਖ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਂਦਾ ਹੈ। ਇਹ ਜਿਹੜਾ ਹੁਣ ਲੋਕਡਾਊਨ ਕੀਤਾ ਇਸ ਕਰਕੇ ਨਾ ਵੀ ਇੱਕ ਨੂੰ ਰੋਗ ਲੱਗਾ ਹੈ, ਉਹ ਦੂਸਰੇ ਨੂੰ ਜਾ ਕੇ ਮਿਲੇਗਾ, ਸਪਰਸ਼ ਕਰੇਗਾ ਤੇ ਉਹ ਵੀ ਰੋਗੀ ਹੋ ਜਾਏਗਾ। ਇਸ ਕਰਕੇ ਲੋਕਡਾਊਨ ਲਾਇਆ ਨਾ। ਉਦੋਂ ਇਹ ਆਉਣ ਜਾਣ ਦੇ ਇੰਨੇ ਸਾਧਨ ਨਾ ਹੋਣ ਕਰਕੇ ਮਨੁੱਖ ਇੱਕ ਦੂਸਰੇ ਪਾਸ ਨਹੀਂ ਸੀ ਜਾ ਸਕਦਾ ਤੇ ਇਸ ਪੂਰੇ ਵਰਲਡ ਵਿੱਚ ਨਹੀਂ ਸੀ ਫੈਲਦੀ। ਇਹ ਤਾਂ ਕਹਿਣ ਤੋਂ ਭਾਵ ਹੈ ਤੇ ਮਨੁੱਖ ਨੇ ਆਪਣੇ ਸਾਧਨ ਬਣਾਏ ਤੇ ਇਸੇ ਕਰਕੇ ਇੱਕ ਰੋਗ ਦੂਸਰੀ ਥਾਂ ਤੇ ਪਹੁੰਚ ਗਿਆ ਨਾ, ਲੈ ਕੇ ਆ ਗਏ ਨਾ। ਹੁਣ ਗੱਲ ਕੀ ਹੈ, ਧਿਆਨ ਦਿਆ ਜੇ ਮੈਂ ਇਸ ਨੂੰ ਮੈਂ ਦੁਨਿਆਵੀ ਪਾਸੇ ਪੱਖ ਲੈ ਗਿਆ। ਪੱਖ ਮੈਂ ਗੁਰਬਾਣੀ ਵਿੱਚ ਹੀ ਰਹਿਣਾ ਚਾਹੁੰਦਾ। ਮੈਂ ਸਿਰਫ ਇਹ ਉਦਾਹਰਣ ਲਿਆ। ਮੇਰੇ ਸਾਹਿਬ ਜੀ ਕਹਿੰਦੇ ਨੇ ਸੰਸਾਰ ਰੋਗੀ ਇੱਕ ਨਹੀਂ, ਦੋ ਨਹੀਂ, ਤ੍ਰੈ ਨਹੀਂ, ਸਾਰਾ ਸੰਸਾਰ ਰੋਗੀ ਹੈ। ਪਰ ਉਹ ਕਿਵੇਂ ਰੋਗੀ ਹੈ? ਜੈ ਤਨ ਬਾਣੀ ਵਿਸਰ ਜਾਏ। ਹਾਂ, ਤੁਸੀਂ ਕਹੋਗੇ ਅਸੀਂ ਤੇ ਕੋਈ ਨਹੀਂ ਰੋਗੀ, ਅਸੀਂ ਤੇ ਨਿਰੋਗ ਹਾਂ ਭਾਈ, ਐਵੇਂ ਕਹੀ ਜਾਂਦਾ। ਪਰ ਗੁਰੂ ਕੋਲੋਂ ਪੁੱਛ ਕੇ ਵੇਖੋ, ਮੇਰੇ ਪਾਤਸ਼ਾਹ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ। ਜਿਸ ਸਰੀਰ ਦੇ ਵਿੱਚੋਂ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਜਿਹੜਾ ਆਪਣੇ ਗੁਰੂ ਨੂੰ, ਆਪਣੇ ਪ੍ਰਮਾਤਮਾ ਇਸ਼ਟ ਨੂੰ ਭੁਲਾ ਦਿੰਦਾ ਏ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ, ਪੱਕਾ ਪਤਾ ਕਿਹਨੂੰ ਕਹਿੰਦੇ ਨੇ? ਕੁਸ਼ਤੀ ਨੂੰ, ਕੋੜੀ ਨੂੰ। ਜਿਵੇਂ ਪੱਕਾ ਰੋਗੀ ਕੁਸ਼ਤੀ ਜਿਹੜਾ ਕੋੜੀ ਹੈ, ਉਹਦੇ ਸਰੀਰ, ਉਹਦੇ ਬਾਡੀ ਦੇ ਵਿੱਚ ਪੀਕ ਪੈ ਜਾਏ ਤੇ ਜਦੋਂ ਪੀਕ ਪੈ ਜਾਂਦੀ ਹੈ ਸਰੀਰ ਦੇ ਵਿੱਚ, ਉਹ ਕੁਲਕਦੀ ਹੈ, ਰੇਸ਼ਾ ਕੁਲਕਦਾ ਹੈ ਤੇ ਉਹਨੂੰ ਪੀੜ ਹੁੰਦੀ ਹੈ, ਉਹਨੂੰ ਪੀੜਾ ਹੁੰਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਘਰ ਵਿੱਚੋਂ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਵਿਸਰ ਜਾਂਦੀ, ਉਹ ਵਿਲਕਦੇ ਰਹਿੰਦੇ ਨੇ, ਉਹ ਤੜਫਦੇ ਰਹਿੰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ, ਉਹ ਸਦਾ ਸੁਰਜੀਤ ਤੇ ਸਦਾ ਖਿੜਾਵ ਤੇ ਸਦਾ ਵਿਗਾਸ ਵਿੱਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਖੇੜਾ, ਪ੍ਰਸੰਨਤਾ। ਉਹਨਾਂ ਦੇ ਜਿਹੜਾ ਵਿਗਾਸ ਹੈ, ਉਹਨਾਂ ਦਾ ਜਿਹੜਾ ਖਿੜਾਵ ਹੈ, ਉਹ ਭਾਵੇਂ ਜੰਗਲ ਵਿੱਚ ਰਹਿਣ, ਭਾਵੇਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ, ਭਾਵੇਂ ਉਹਨਾਂ ਨੂੰ ਖਾਣ ਨੂੰ ਨਾ ਕੁਝ ਮਿਲੇ, ਉਹਨਾਂ ਦਾ ਵਿਗਾਸ, ਉਹਨਾਂ ਦਾ ਖਿੜਾਵ ਕਦੇ ਖੁੱਸ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਗੁਰੂ ਦਾ ਸ਼ਬਦ ਸੁਣਿਆ ਹੈ। ਤੇ ਜਿਨ੍ਹਾਂ ਨੇ ਸੁਣਿਆ ਹੈ ਨਾ, ਉਹਨਾਂ ਦੇ ਅੰਦਰ ਸਦਾ ਵਿਕਾਸ ਹੈ, ਉਹਨਾਂ ਦੇ ਅੰਦਰ ਸਦਾ ਖਿੜਾਵ ਹੈ, ਉਹਨਾਂ ਦੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ ਹੈ। ਬਾਣੀ ਦੀ ਮੈਂ ਤੁਕ ਲੈ ਰਿਹਾ ਸੀ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਅੱਜ ਦਾ ਹੁਕਮ ਕਹਿ ਰਿਹਾ, ਸੰਸਾਰ ਰੋਗੀ ਨਾਮਦਾਰੂ, ਮੈਲ ਲੱਗੈ ਸੱਚ ਬਿਨਾ। ਸੱਚ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੇ ਵਾਂਝੇ ਨੇ ਭਾਈ, ਉਹਨਾਂ ਨੂੰ ਵਿਕਾਰਾਂ ਦੀ ਮੈਲ ਲੱਗਦੀ ਹੈ ਤੇ ਵਿਕਾਰਾਂ ਵਿੱਚ ਉਹ ਤੜਫਦੇ ਤੇ ਤਿਲ ਮਿਲਾਉਂਦੇ ਰਹਿੰਦੇ ਨੇ, ਤੜਫਦੇ ਰਹਿੰਦੇ ਨੇ। ਧਿਆਨ ਦਿਓ। ਪਰ ਜਿਹੜੇ ਗੁਰੂ ਕੀ ਬਾਣੀ ਨਾਲ, ਬਾਣੇ ਨਾਲ ਜੁੜ ਜਾਂਦੇ ਨੇ, ਉਹ ਜੰਗਲਾਂ ਵਿੱਚ ਵੀ ਰਹਿੰਦੇ ਨੇ। ਉਹ ਭੁੱਖੇ ਵੀ ਰਹਿ ਕੇ ਕਹਿੰਦੇ ਨੇ ਅੱਜ ਸਿੰਘ ਕੜਾਕੇ ਦੇ ਵਿੱਚ ਨੇ। ਛੋਲਿਆਂ ਦੀ ਮੁੱਠ ਖਾ ਕੇ ਉਹ ਕਹਿੰਦੇ ਨੇ ਅੱਜ ਸਿੰਘਾਂ ਨੇ ਬਦਾਮ ਚੱਬੇ ਨੇ। ਪਰ ਅਸੀਂ ਨਾਨਾ ਪ੍ਰਕਾਰ ਦੇ ਪਦਾਰਥ ਖਾ ਕੇ ਵੀ ਕਹਿੰਦੇ ਆ ਅੱਜ ਕੁਝ ਖਾਧਾ ਹੀ ਨਹੀਂ। ਕਈ ਵਾਰੀ ਵਿਆਹ ਸ਼ਾਦੀਆਂ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਬਣੀਆਂ ਹੁੰਦੀਆਂ ਨੇ, ਖਾ ਲੈਨੇ ਆ, ਕਹਿੰਦੇ ਆ ਰੋਟੀ ਤੇ ਖਾਧੀ ਕੋਈ ਨਹੀਂ। ਹੁਣ ਗੱਲ ਕੀ ਹੈ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ, ਉਹ ਜੰਗਲਾਤ ਵਿੱਚ ਰਹਿਣ ਤੇ ਜੰਗਲਾਤ ਵਿੱਚ ਰਹਿ ਕੇ ਵੀ ਆਪਣੇ ਗੁਰੂ ਨਾਲ, ਅਕੀਦੇ ਨਾਲ, ਆਪਣੇ ਧਰਮ ਨਾਲ ਜੁੜੇ ਰਹਿੰਦੇ ਨੇ। ਧਿਆਨ ਦਿਆ ਜੇ, ਜਦੋਂ ਮੱਸਾ ਰੰਗੜ, ਜਿਹਦਾ ਨਾਂ ਹੈ ਮਸਾਹੂ ਦੀਨ ਮੰਡਿਆਲੇ ਦਾ ਰਹਿਣ ਵਾਲਾ, ਕਿਉਂਕਿ ਜਿਹੜਾ ਮਨ ਦਾ ਰੋਗੀ ਨਹੀਂ ਹੈ ਨਾ, ਤਨ ਦੇ ਰੋਗੀ ਦੀ ਵੀ ਗੱਲ ਤੇ ਮਨ ਦੇ ਰੋਗੀ ਦੀ ਵੀ ਗੱਲ। ਜਿਹੜਾ ਮਨ ਦਾ ਰੋਗੀ ਇਹ ਨਹੀਂ ਹੈ, ਮਨ ਕਰਕੇ ਨਰੋਇਆ ਹੈ, ਉਹਨੂੰ ਤਨ ਕਰਕੇ ਵੀ ਰੋਗ ਨਹੀਂ ਲੱਗਦਾ। ਵਿਲ ਪਾਵਰ ਜਿਹਦੇ ਅੰਦਰ ਹੋਵੇ ਨਾ, ਉਹਨੂੰ ਤਨ ਕਰਕੇ ਵੀ ਰੋਗ ਉਹਦੇ ਉੱਤੇ ਹੈਵੀ ਨਹੀਂ ਹੁੰਦਾ। ਤਨ ਦੀ, ਬਾਡੀ ਦੀ
ਪ੍ਰੋਬਲਮ ਉਹਨੂੰ ਘੱਟ ਆਉਂਦੀ ਹੈ ਜਿਹਦੇ ਮਨ ਕਰਕੇ ਜਿਹੜਾ ਤਗੜਾ ਹੋਵੇ, ਵਿਲ ਪਾਵਰ ਜਿਹਦੀ ਹੋਵੇ, ਪ੍ਰਵਾਹ ਨਾ ਕਰਦਾ ਹੋਵੇ, ਉਹਨੂੰ ਦੁੱਖ ਵੀ ਨਹੀਂ ਸਤਾਉਂਦਾ, ਉਹਨੂੰ ਭੁੱਖ ਵੀ ਨਹੀਂ ਸਤਾਉਂਦੀ, ਉਹਨੂੰ ਵਿਛੋੜਾ ਵੀ ਨਹੀਂ ਸਤਾਉਂਦਾ, ਕਿਉਂਕਿ ਉਹਦੇ ਅੰਦਰ ਵਿਲ ਪਾਵਰ ਹੈ। ਸਾਨੂੰ ਅੱਜ ਪਰਿਵਾਰਾਂ ਦਾ ਵਿਛੋੜਾ ਸਤਾਉਂਦਾ ਹੈ, ਪਰ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਉਹਨੂੰ ਕੋਈ ਨਹੀਂ ਇਹ ਦੁੱਖ ਸਤਾ ਸਕਦਾ, ਕਿਉਂਕਿ ਗੁਰੂ ਸਮਰੱਥ ਗੁਰੂ ਦਾ ਉਹਦੇ ਸਿਰ ਤੇ ਹੱਥ ਹੈ। ਜਦੋਂ ਜਿਹੜਾ ਮੱਸਾ ਰੰਗੜ ਹੈ, ਜਿਹਦਾ ਨਾਮ ਮਸਾਹੂ ਦੀਨ ਮੰਡਿਆਲੇ ਦਾ ਪਾਕਿਸਤਾਨ ਵਿੱਚ ਜਿਹੜਾ ਹੁਣ ਥਾਂ ਹੈ, ਜਦੋਂ ਇਸ ਨੇ ਗੁਰੂ ਘਰ ਉੱਤੇ ਹਮਲਾਵਰ ਬਣ ਕੇ ਹਮਲਾ ਕੀਤਾ ਹੈ, ਤੇ ਕਿਉਂ ਕੀਤਾ ਹੈ? ਮੈਂ ਗੱਲ ਇੱਕ ਇਸ ਨਾਲ ਤੁਕਦੇ ਇਸੇ ਪਾਸੇ ਲਿਆਉਣਾ। ਸਟਰਕਚਰ ਸਟਰਕਚਰ ਉੱਤੇ ਜਦੋਂ ਹਮਲਾ ਹੁੰਦਾ ਹੈ ਤੇ ਉਦੋਂ ਸਿੱਖ ਜਿਹੜੇ ਨੇ ਉਹ ਆਪਣੇ ਸਟਰਕਚਰ ਨੂੰ, ਦਰਬਾਰ ਨੂੰ ਬਣਾ ਲੈਂਦੇ ਨੇ। ਹੁਣ ਸਾਡੇ ਸਕ੍ਰਿਪਚਰ ਤੇ ਹੋ ਰਿਹਾ ਹੈ, ਸਕ੍ਰਿਪਚਰ ਤੇ ਹੋ ਰਿਹਾ। ਹੁਣ ਅਸੀਂ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾਉਣਾ ਕਬੂਲ ਕਰ ਰਹੇ ਹਾਂ, ਆਪਣੇ ਆਪ ਨੂੰ ਹੀ ਅਸੀਂ ਗੁਨਾਹਗਾਰ ਅਖਵਾ ਰਹੇ ਹਾਂ ਤੇ ਸਾਡੇ ਵਿੱਚ ਬਹਿ ਕੇ ਆਖ ਰਹੇ ਨੇ। ਕਿਉਂ? ਜਦੋਂ ਮਨੁੱਖ ਆਪਣੇ ਆਪ ਨੂੰ ਹੀ ਗੁਨਾਹਗਾਰ ਅਖਵਾਉਣਾ ਸ਼ੁਰੂ ਕਰਦੇ, ਉਹਦਾ ਮਨੋਬਲ ਕਮਜ਼ੋਰ ਹੋ ਜਾਂਦਾ ਹੈ, ਮਨ ਕਰਕੇ ਕਮਜ਼ੋਰ ਹੋ ਜਾਂਦਾ ਹੈ। ਕਹਿੰਦਾ ਯਾਰ ਮੈਂ ਗੁਨਾਹ ਨਾ ਕਰਦਾ ਤੇ ਆਹ ਕੁਝ ਨਾ ਹੁੰਦਾ। ਹੁਣ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਇਸ ਕਰਕੇ ਠਹਿਰਾ ਰਹੇ ਹਾਂ, ਜੇ ਅਸੀਂ ਆਹ ਕੁਝ ਨਾ ਕਰਦੇ ਤੇ ਦਰਬਾਰ ਸਾਹਿਬ ਤੇ ਅਟੈਕ ਨਾ ਹੁੰਦਾ। ਤੇ ਜਦੋਂ ਮਸਾਹੂ ਦੀਨ ਮੰਡਿਆਲੇ ਦਾ ਰਹਿਣ ਵਾਲਾ ਆ ਕੇ ਦਰਬਾਰ ਸਾਹਿਬ ਤੇ ਅਟੈਕ ਕਰਦਾ, ਕਿਉਂ ਕਰਦਾ ਹੈ? ਸਾਡੇ ਸਟਰਕਚਰ ਦੇ ਉੱਤੇ ਕਿ ਉਹਨੂੰ ਇਹ ਪਤਾ ਹੈ ਕਿ ਇੱਥੇ ਜਿਹੜੇ ਸਿੱਖ ਨੇ ਨਾ, ਵਾਕ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ, ਇਹ ਹੁਕਮਨਾਮੇ ਦੀ ਪੰਕਤੀ ਨੂੰ ਮੈਂ ਨਾਲ ਲਿਆ। ਇੱਥੋਂ ਜਿਹੜਾ ਸਾਨੂੰ ਵਾਕ ਆਉਂਦਾ ਹੈ, ਵਾਕ ਤੋਂ ਭਾਵ ਹੈ ਹੁਕਮਨਾਮਾ। ਜਿਹੜਾ ਸਾਨੂੰ ਦਰਬਾਰ ਸਾਹਿਬ ਤੋਂ ਵਾਕ ਆਉਂਦਾ ਹੈ, ਇਹ ਜਿਹੜਾ ਵਾਕ ਹੈ ਗੁਰੂ ਕਾ ਸਿੱਖ ਇਸ ਨੂੰ ਫਾਲੋ ਕਰਦਾ ਹੈ, ਜਿਹਨੂੰ ਅੱਜ ਹੁਕਮਨਾਮਾ ਕਹਿੰਦੇ ਅਸੀਂ, ਵਾਕ ਕਹਿ ਦਈਏ। ਬਾਬਾ ਬੁੱਢਾ ਜੀ ਨੂੰ ਸਾਹਿਬ ਜੀ ਨੇ ਕਿਹਾ ਸੀ ਨਾ, ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹ ਆਵਾਜ਼ਾਂ ਸੁਨੇ ਸਭ ਪੰਥ। ਤੁਸੀਂ ਆਵਾਜ਼ਾਂ ਲਓ, ਹੁਕਮ ਲਓ ਤੇ ਉਹ ਸਾਰਾ ਪੰਥ ਸੁਣੇ। ਗ੍ਰੰਥ ਨੂੰ ਖੋਲੋ, ਤੇ ਜਦੋਂ ਗ੍ਰੰਥ ਨੂੰ ਖੋਲਿਆ ਤੇ ਆਵਾਜ਼ਾਂ ਲਿਆ ਤੇ ਪੰਥ ਸੁਣਦਾ ਹੈ। ਤੇ ਅੱਜ ਦੇ ਆਵਾਜ਼ੇ ਦੀ, ਅੱਜ ਦੇ ਹੁਕਮ ਦੀ ਮੈਂ ਗੱਲ ਕਰ ਰਿਹਾ ਹਾਂ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਮੱਜਣਾ ਕਹਿੰਦੇ ਨੇ ਇਸ਼ਨਾਨ ਵਾਲਾ ਸਥਾਨ, ਜਿੱਥੇ ਆਪਾਂ ਇਸ਼ਨਾਨ ਕਰਦੇ ਆ। ਇਹ ਜਿਹੜਾ ਸਰੋਵਰ ਹੈ, ਇਸ ਨੂੰ ਪੂਰਨ ਦਾ ਮਤਲਬ ਕੀ ਸੀ? ਸਮੇਂ ਦੀਆਂ ਹਕੂਮਤਾਂ ਦਾ ਵੀ ਜਿਹੜਾ ਸਿੱਖ ਹੈ ਇਸ ਥਾਂ ਤੇ ਆ ਕੇ ਇਸ਼ਨਾਨ ਕਰਦਾ ਹੈ ਤੇ ਉਹ ਤਨ ਕਰਕੇ ਬਲਵਾਨ ਹੋ ਜਾਂਦਾ ਹੈ। ਤੇ ਜਦੋਂ ਮਨ ਕਰਕੇ ਬਲਵਾਨ ਹੋਣਾ ਹੋਵੇ ਤੇ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ। ਜਿਹੜਾ ਗੁਰੂ ਸਾਹਿਬ ਜੀ ਨੇ ਹਰਮੰਦਰ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ, ਜਦੋਂ ਤਨ ਕਰਕੇ ਇਹ ਪਾਣੀ ਵਿੱਚ ਨਹਾਉਂਦਾ ਹੈ, ਬਲਵਾਨ ਹੋ ਜਾਂਦਾ ਹੈ, ਨਿਰੋਗ ਹੋ ਜਾਂਦਾ ਹੈ। ਤੇ ਜਦੋਂ ਬਾਣੀ ਕੋਲ ਆਉਂਦਾ ਹੈ ਤੇ ਮਨ ਕਰਕੇ ਬਲਵਾਨ ਹੋ ਜਾਂਦਾ। ਜਦੋਂ ਇਸ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਹੈ, ਕਿਉਂ ਮਸਾਹੂ ਦੀਨ ਕਰਦਾ ਹੈ? ਉਹਨਾਂ ਦਾ ਮਤਲਬ ਇੱਕ ਸੀ ਕਿ ਇਸ ਸਰੋਵਰ ਨੂੰ ਪੋਰ ਦਿੱਤਾ ਜਾਏ, ਜਿੱਥੋਂ ਇਸ਼ਨਾਨ ਕਰਕੇ ਸਿੱਖ ਤਨ ਕਰਕੇ ਨਿਰੋਗ ਹੋ ਜਾਂਦੇ ਨੇ, ਤੇ ਜਿੱਥੇ ਬਾਣੀ ਪੜ੍ਹ ਕੇ ਇਹ ਮਨ ਕਰਕੇ ਨਰੋਏ ਰਹਿੰਦੇ ਨੇ। ਇਸ ਕਰਕੇ ਵਾਰ-ਵਾਰ ਹਮਲਾਵਰ ਦਰਬਾਰ ਤੇ ਹੀ ਹਮਲਾ ਕਰਦਾ ਰਿਹਾ। ਇੱਕ ਹੁਣ ਕਈ ਵਾਰੀ ਸਾਡੇ ਅੰਦਰੋਂ ਇਹ ਬਲਬਲੇ ਉੱਠਦੇ ਨੇ ਵੀ ਸਾਡੇ ਦਰਬਾਰ ਦੇ ਉੱਤੇ ਹੀ ਕਿਉਂ ਵਾਰ-ਵਾਰ ਹਮਲਾਵਰ ਹਮਲਾ ਕਰਦਾ ਹੈ? ਸਮੇਂ ਦੀਆਂ ਹਕੂਮਤਾਂ, ਅਬਦਾਲੀ ਵਰਗੇ ਆਏ, ਨਾਦਰ ਸ਼ਾਹ ਅਬਦਾਲੀ ਆਇਆ, ਹੋਰ ਬੜੇ ਆਏ, ਤੇ ਉਹਨਾਂ ਨੇ ਇਸ ਦੇ ਉੱਤੇ ਹਮਲਾਵਰ ਬਣ ਕੇ ਹਮਲਾ ਕੀਤਾ, ਕਿਉਂਕਿ ਇੱਥੋਂ ਸੱਚ ਦੀ ਆਵਾਜ਼, ਇੱਥੋਂ ਸੱਚ ਦਾ ਪੈਗਾਮ, ਇੱਥੋਂ ਸੱਚ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇੱਥੋਂ ਬੇਨਿਆਇਆਂ ਨੂੰ ਨਿਆਂ ਮਿਲਦਾ ਹੈ, ਜਿਨ੍ਹਾਂ ਨੂੰ ਨਿਆਂ ਨਹੀਂ ਮਿਲਦਾ ਉਹਨਾਂ ਨੂੰ ਇੱਥੇ ਨਿਆਂ ਮਿਲਦਾ। ਇਸ ਕਰਕੇ ਇੱਥੇ ਹਮਲਾਵਰ ਹਮਲਾ ਕਰਦਾ ਹੈ। ਅਕਾਲ ਤਖਤ ਦੇ ਸਤਿਗੁਰੂ ਜੀ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸਿਰਜਣਾ ਕਰਦੇ ਨੇ, ਜਿਹਨਾਂ ਨੂੰ ਨਿਆਂ ਨਹੀਂ ਸੀ ਮਿਲਦਾ ਉਹਨਾਂ ਨੂੰ ਇੱਥੋਂ ਨਿਆਂ ਮਿਲਣ ਲੱਗ ਪਿਆ, ਤੇ ਉਹਨਾਂ ਨੇ ਇਸ ਧਰਮ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ।
ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹਾਦਤ ਸ਼ਹੀਦੀ ਦਾ ਇਹ ਜਿਹੜਾ ਫਤਵਾ ਲਾਇਆ ਜਾਂਦਾ ਹੈ, ਕੇਵਲ ਇਹ ਨਹੀਂ ਸੀ, ਕੋਈ ਉਹਨਾਂ ਨੇ ਗੁਨਾਹ ਤੇ ਕੀਤਾ ਹੀ ਨਹੀਂ ਸੀ। ਇਸ ਕਰਕੇ ਕਿ ਇਹ ਜਿਹੜਾ ਸਿੱਖੀ ਦਾ ਕਨਸੈਪਟ ਹੈ, ਇਹ ਸਾਰੇ ਹੀ ਧਾਰਨ ਕਰਨਾ ਸ਼ੁਰੂ ਕਰ ਰਹੇ ਨੇ। ਇਹ ਸਿੱਖੀ ਵੱਲ ਆਮ ਲੋਕੀ ਆਪਸ ਵਿੱਚ ਮੁੜ ਰਹੇ ਨੇ। ਇਸ ਕਰਕੇ ਇਹੋ ਹੀ ਗੁਨਾਹ ਹੈ ਕਿ ਗੁਰੂ ਕੀ ਸਿੱਖੀ ਦਾ ਪ੍ਰਚਾਰ ਹੋਇਆ ਤੇ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ। ਮੈਂ ਗੱਲ ਕਰ ਰਿਹਾ ਸੀ ਮੱਸੇ ਰੰਗੜ ਦੀ। ਮੱਸਾ ਰੰਗੜ ਜਦੋਂ ਇਸ ਥਾਂ ਤੇ ਆ ਕੇ ਉਹ ਕਰਮ ਕਰਦਾ ਹੈ ਤੇ ਭਾਈ ਮਹਤਾਬ ਸਿੰਘ, ਮੀਰਾਂ ਕੋਟੀਆ, ਭਾਈ ਸੁੱਖਾ ਸਿੰਘ, ਇਹ ਜਿਹੜੇ ਦੋ ਸਿੰਘ ਨੇ ਬਾਣੀ ਪਹਿਲਾਂ ਸੁਣਦੇ ਨੇ। ਵੇਖੋ ਉਹਨਾਂ ਨੂੰ ਪਤਾ ਸੀ ਵੀ ਸਾਡੀ ਜੇ ਸ਼ਹਾਦਤ ਹੋ ਗਈ, ਅਸੀਂ ਸ਼ਹੀਦ ਹੋਣ ਲਈ ਜਾ ਰਹੇ ਹਾਂ, ਅਸੀਂ ਮੱਸੇ ਰੰਗੜ ਦਾ ਸਿਰ ਵੱਢਣਾ ਹੈ ਤੇ ਅਸਾਂ ਕੋਈ ਪਤਾ ਨਹੀਂ ਵਾਪਸ ਮੁੜਨਾ ਹੈ ਕਿ ਨਹੀਂ ਮੁੜਨਾ। ਕਿਉਂਕਿ ਮਨ ਕਰਕੇ ਬਲਵਾਨ, ਮਨ ਕਰਕੇ ਬਲਵਾਨ ਕਿਵੇਂ ਹੁੰਦਾ ਹੈ? ਗੁਰੂ ਕੀ ਬਾਣੀ ਰਾਹੀਂ। ਤੇ ਜਦੋਂ ਉਹ ਬੀਕਾਨੇਰਾਂ ਦੇ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਅੱਜ ਸਾਡੇ ਘਰ ਬਾਣੀ ਦਾ ਗੁਟਕਾ ਸਾਹਿਬ ਜਾਂ ਸੈਂਚੀ ਨਹੀਂ ਮਿਲਦੀ, ਬਾਣੀ ਸਾਡੇ ਘਰਾਂ ਵਿੱਚ ਨਹੀਂ, ਨਾ ਬਾਣੀ ਤੇ ਨਾ ਬਾਣਾ ਰਿਹਾ। ਉਹਨਾਂ ਨੇ ਬਾਣੀ ਨਾਲ ਵੀ ਤੇ ਬਾਣੇ ਨਾਲ ਵੀ ਜੁੜੇ ਨੇ। ਉਹ ਜਦੋਂ ਬਾਣੀ ਪੜ੍ਹਦੇ ਨੇ ਤੇ ਕਹਿੰਦੇ ਨੇ ਵੀ ਕੰਟੀਨਿਊ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਹੋਵੇ। ਤੇ ਜਿਹੜੇ ਚਲੰਤ ਬਾਣੀ ਪੜ੍ਹਦੇ ਸਨ, ਉਹਨਾਂ ਨੇ ਬਾਣੀ ਚਲੰਤ ਪੜ੍ਹਨੀ ਸ਼ੁਰੂ ਕੀਤੀ, ਚੌਂਕੜੇ ਲਾਏ ਤੇ ਗੁਰੂ ਕੀ ਬਾਣੀ ਦਾ ਪਾਠ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਸ਼੍ਰੀ ਅਖੰਡ ਪਾਠ ਸਾਹਿਬ, ਇਹ ਪਰੰਪਰਾ ਉਦੋਂ ਤੋਂ ਸ਼ੁਰੂ ਹੋਈ ਹੈ। ਸਾਰੇ ਗੁਰੂ ਕੀ ਬਾਣੀ ਇੱਕ ਓੰਕਾਰ ਤੇ 18 ਤਸ 20 ਤੱਕ ਸੁਣ ਕੇ ਚੌਂਕੜੇ ਲਾ ਕੇ ਉਹ ਸਿੰਘਾਂ ਨੇ ਤੇ ਫਿਰ ਚੱਲ ਪਏ ਨੇ ਮੱਸਾ ਰੰਗੜ ਵੱਲ, ਉਹਨੂੰ ਸਬਕ ਸਿਖਾਉਣ ਵਾਸਤੇ। ਜਦੋਂ ਮੱਸਾ ਰੰਗੜ ਦੇ ਕੋਲ ਗਏ ਨੇ, ਉਸ ਸਮੇਂ ਮੱਸਾ ਰੰਗੜ ਨਸ਼ੇ ਦੇ ਵਿੱਚ ਝੂਮ ਰਿਹਾ ਸੀ। ਇਹਨਾਂ ਨੇ ਇੱਕ ਚੌਧਰੀਆਂ ਵਾਲਾ ਲਿਬਾਸ ਬਣਾ ਕੇ, ਜਿਵੇਂ ਕਿਸੇ ਮਾਮਲਾ ਟੈਕਸ ਦੇਣ ਗਏ ਹੋਣ, ਇਸ ਤਰ੍ਹਾਂ ਗਏ ਨੇ ਚੌਧਰੀ ਬਣ ਕੇ, ਚੌਧਰੀਆਂ ਵਾਲਾ ਲਿਬਾਸ ਪਾ ਕੇ। ਜਦੋਂ ਅੰਦਰ ਪਹੁੰਚੇ ਨੇ, ਉਦੋਂ ਉਹ ਨਸ਼ੇ ਦੇ ਵਿੱਚ ਝੂਮ ਰਿਹਾ ਸੀ। ਜਾ ਕੇ ਠਿੱਕਰੀਆਂ ਵਾਲੀ ਬੋਰੀ ਸੁੱਟ ਦਿੱਤੀ। ਉਹਨੇ ਸੋਚਿਆ ਕਿ ਮੋਹਰਾਂ ਲੈ ਕੇ ਕਿਸੇ ਚੌਧਰੀ ਕਿਸੇ ਨਗਰ ਦੇ ਕਿਸੇ ਰਿਆਸਤ ਦੇ ਆਏ ਨੇ। ਵੇਖਣ ਲੱਗਾ ਝੁੱਕ ਕੇ ਤੇ ਉਸੇ ਵੇਲੇ ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਜਿਹੜੇ ਨੇ, ਉਹ ਆਪਣੇ ਕਿਰਪਾਨ ਦਾ ਵਾਰ ਕਰਦੇ ਨੇ ਤੇ ਸਿਰ ਵੱਖਰਾ ਤੇ ਧੜ ਵੱਖਰਾ ਕਰ ਦਿੰਦੇ ਨੇ। ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦਾ ਮੱਸੇ ਕਾ ਸਿਰ ਸਿੰਘਾਂ ਨੂੰ ਉਤਾਰਿਓ, ਜਿਉਂ ਕਰ ਬੇਲੋ ਕਦੂਆ ਡਾਰਿਓ। ਮੱਸੇ ਦਾ ਸਿਰ ਭਾਈ ਮਹਤਾਬ ਸਿੰਘ ਨੇ, ਭਾਈ ਸੁੱਖਾ ਸਿੰਘ ਨੇ ਐਵੇਂ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ, ਜਿਵੇਂ ਇੱਕ ਨਾਰਮਲ ਜੀ ਕਰਦ ਚਾਕੂ ਦੇ ਨਾਲ ਅਸੀਂ ਵੇਲ ਦੇ ਨਾਲੋਂ ਕੱਦੂ ਲਾ ਕੇ ਸੁੱਟ ਦਈਦਾ। ਇੰਨਾ ਤਗੜਾ ਅਭਿਆਸ ਸੀ ਉਹਨਾਂ ਸਿੰਘਾਂ ਦਾ। ਵੱਢ ਕੇ ਸਿਰ ਜਦੋਂ ਵੱਖਰਾ ਸੁੱਟ ਦਿੱਤਾ, ਧੜ ਵੱਖਰਾ ਤੇ ਸਿਰ ਨੇਜੇ ਤੇ ਟੰਗ ਕੇ ਬੀਕਾਨੇਰ ਦੇ ਜੰਗਲਾਂ ਨੂੰ ਫਿਰ ਲੈ ਗਏ। ਜਦੋਂ ਲੈ ਗਏ ਨੇ ਸਿਰ, ਤੇ ਇਹਦਾ ਜਿਹੜਾ ਧੜ ਪਿਆ ਹੈ, ਇਸ ਦੀ ਪਤਨੀ, ਇਸ ਦਾ ਭਰਾ ਮਸਾਹੂਦੀਨ ਦਾ, ਇਸ ਦੀ ਪਤਨੀ ਦਾ ਭਰਾ ਭਾਵੇਂ ਦਾ ਸਾਲਾ, 4 ਜਾਣੇ ਇਹ ਚੁੱਕ ਕੇ ਇਸ ਦੀ ਬਾਡੀ ਨੂੰ ਸਿਰ ਤੋਂ ਵੱਖਰੀ, ਸਿਰ ਤੇ ਭਾਈ ਮਹਤਾਬ ਸਿੰਘ ਲੈ ਗਿਆ, ਭਾਈ ਸੁੱਖਾ ਸਿੰਘ ਲੈ ਗਿਆ ਤੇ ਇਸ ਦੀ ਬਾਡੀ ਨੂੰ ਚੁੱਕ ਕੇ ਇਹ ਸਮੇਂ ਦੀ ਹਕੂਮਤ ਦੇ ਕੋਲ ਲਿਜਾ ਰੱਖਦੇ ਨੇ। ਕਹਿੰਦੇ ਨੇ ਅਸੀਂ ਉਹਨਾਂ ਚਿਰ ਇਸ ਬਾਡੀ ਨੂੰ ਦਫਨਾਉਣਾ ਨਹੀਂ, ਇਹਦੀ ਮਈਤ, ਇਹਦੀ ਜਨਾਜ਼ਾ ਨਹੀਂ ਕੱਢਣਾ, ਜਿੰਨਾ ਚਿਰ ਸਿੱਖਾਂ ਦੇ ਸਿਰ ਜਿਨ੍ਹਾਂ ਨੇ ਲਾ ਕੇ ਜਣਾ ਲੈ ਕੇ ਗਏ ਨੇ ਉਹਨਾਂ ਦਾ ਤੁਸੀਂ ਨਹੀਂ ਲਾਉਂਦੇ। ਬਾਡੀ ਨੂੰ ਰੱਖ ਦਿੱਤਾ, ਮੱਸਾ ਰੰਗੜ ਦੇ ਸਰੀਰ ਨੂੰ ਰੱਖ ਦਿੱਤਾ। ਸਮੇਂ ਦੀ ਹਕੂਮਤ ਨੂੰ ਜਾ ਕੇ ਕਹਿ ਦਿੱਤਾ। ਸਮੇਂ ਦੀ ਹਕੂਮਤ ਨੇ ਅੱਗੇ ਕਿਹੜੇ ਕਿਹੜੇ ਕਦਮ ਚੁੱਕੇ ਨੇ। ਭਾਈ ਮੱਸਾ ਸਿੰਘ ਮਸੀਹਾਂ ਨੂੰ, ਮੱਸੇ ਰੰਗੜ ਨੂੰ ਮਾਰਨ ਵਾਸਤੇ ਵਾਹਿਗੁਰੂ ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਦੇ ਜਿਹੜੇ ਪਰਿਵਾਰ ਨੇ, ਭਾਈ ਮਹਤਾਬ ਸਿੰਘ ਦੇ ਪਰਿਵਾਰ ਨੂੰ ਕਹਿਣ ਲੱਗੇ ਜੇ ਨਹੀਂ ਮਿਲਦੇ ਤੇ ਉਹਨਾਂ ਦਾ ਪਰਿਵਾਰ ਘਣ ਬੱਚਾ ਪੀੜ ਦਿੱਤਾ ਜਾਵੇ। ਹੁਣ ਪਰਿਵਾਰਾਂ ਵਿੱਚੋਂ ਮੈਂਬਰ ਕਿਵੇਂ ਲੱਭਣੇ ਸ਼ੁਰੂ ਕਰ ਦਿੱਤੇ, ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ, ਇਹ ਆਪਾਂ ਹੁਣ ਕੱਲ ਦੇ ਸਮੇਂ ਵਿੱਚ ਵਿਚਾਰਾਂਗੇ। ਮੇਰੇ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਹੈ, ਮੈਂ ਇੱਥੇ ਫਿਰ ਇਸ ਨੂੰ ਕਲੋਜ਼ ਕਰਦਾ
ਉਹ ਮਨ ਕਰਕੇ ਹਮੇਸ਼ਾ ਬਲਵਾਨ ਰਹਿੰਦਾ ਹੈ। ਨਾ ਉਹਦੇ ਉੱਤੇ ਤਨ ਕਰਕੇ ਰੋਗੀ ਹੁੰਦਾ ਹੈ, ਨਾ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਰੋਗ ਆ ਕੇ ਹਮਲਾ ਕਰਦਾ ਹੈ, ਕਿਉਂਕਿ ਉਹ ਬਾਣੀ ਤੇ ਬਾਣੇ ਨਾਲ ਜਿਹੜਾ ਜੁੜਿਆ ਹੋਇਆ ਹੈ। ਇਸੇ ਪ੍ਰਕਰਨ ਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ। ਅੱਜ ਦੀਆਂ ਮੈਂ ਤੁਕਾਂ ਲਈਆਂ ਸਨ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਜਿਹੜੇ ਗੁਰੂ ਦੇ ਵਾਕ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਉਹਨਾਂ ਦੇ ਅੰਦਰ ਸਦਾ ਚਾਨਣਾ ਰਹਿੰਦਾ ਹੈ। ਚਾਨਣੇ ਤੋਂ ਭਾਵ ਹੈ ਕਦੀ ਮੌਤ ਤੋਂ ਘਬਰਾਉਂਦੇ ਨਹੀਂ, ਉਹ ਕਦੀ ਕਿਸੇ ਔਖੇ ਸਮੇਂ ਡੋਲਦੇ ਨਹੀਂ। ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਜਿਹੜੇ ਬਾਣੀ ਨਾਲ ਜੁੜੇ ਹੋਏ ਨੇ, ਗੁਰੂ ਕਿਰਪਾ ਕਰੇ ਸਾਡੇ ਉੱਤੇ ਵੀ ਪਾਤਸ਼ਾਹ ਰਹਿਮਤਾਂ ਭਰਿਆ ਹੱਥ ਰੱਖ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।